असलामुअलैकुम। किलो सेबा ने जवान ਨੂੰ परेशान कर दिता। जवान कहता मैं किधरे सोने के सेब तो नहीं ਜਿਹੜੇ ਬਾਬਾ ਜੀ ਹਰ ਵਕਤ ਹੱਥ 'ਚ ਫੜ ਕੇ ਰੱਖਦੇ ਨੇ। ਜਵਾਨ ਕਹਿੰਦਾ ਮੈਂ ਕਰਾਚੀ ਫੈਕਟਰੀ 'ਚ ਕੰਮ ਕਰਦਾ ਸਾਂ ਤੇ ਮੈਨੂੰ ਈਦ ਦੀਆਂ ਛੁੱਟੀਆਂ ਆ, ਮੈਂ ਚਲੋ ਪੰਜਾਬ ਜਾ ਕੇ ਈਦ ਕਰਨੇ ਆ। ਕਹਿੰਦਾ ਟ੍ਰੇਨ ਸਟੇਸ਼ਨ ਤੇ ਗਿਆ, ਉੱਥੇ ਤੱਕਿਆ ਰਸ਼ ਇਤਨਾ ਸੀ, ਟਿਕਟਾਂ ਲੱਭਦੀਆਂ ਹੀ ਕੋਈ ਨਹੀਂ ਪਈਆਂ। ਕਹਿੰਦਾ ਫਿਰ ਮੈਂ ਬੱਸ ਸਟਾਪ ਤੇ ਆਇਆ, ਉੱਥੋਂ ਅੱਲਾ ਕੀਤਾ ਤੇ ਮੈਨੂੰ ਟਿਕਟ ਲੱਭ ਗਈ। ਕਹਿੰਦਾ ਜਿਉਂ ਹੀ ਮੈਂ ਬੱਸ 'ਚ ਬੈਠਾ, ਬੱਸ 'ਚ ਬਹਿੰਦੇ ਸਾਥ ਮੇਰੀ ਨਾਲ ਪਰਲੀ ਸੀਟ ਤੇ ਜਿਹੜਾ ਨਾ ਇੱਕ ਬਾਬਾ ਜੀ ਬੈਠੇ ਸੀ, ਉਹਨਾਂ ਦੇ ਹੱਥ 'ਚ ਇੱਕ ਛਾਪਰ ਹੈ, ਉਹਦੇ 'ਚ ਕਿਲੋ ਕੁ ਸੇਬ ਹੋਣੇ ਨੇ। ਕਹਿੰਦਾ ਉਹਨਾਂ ਸੇਬਾਂ ਦਾ ਜਿਹੜਾ ਛਾਪਰ ਹੈ ਨਾ ਸੀਟ ਨਾਲ ਹੱਥ ਰੱਖਿਆ ਸੀ ਤੇ ਨਾਲ ਛਾਪਰ ਲਟਕਦਾ ਆ ਪਿਆ। ਕਹਿੰਦਾ ਕਾਫੀ ਦੇਰ ਮੈਂ ਦੇਖਦਾ ਰਿਹਾ, ਮੈਂ ਕਿਹਾ ਬਾਬਾ ਜੀ ਮੈਂ ਹੈਰਾਨ ਹੋਇਆ ਤੱਕ ਕਿ ਬਾਬਾ ਜੀ ਜਾਂ ਤਾਂ ਸੇਬ ਉੱਤੇ ਰੱਖ ਦੇਣ ਜਾਂ ਥੱਲੇ ਰੱਖ ਦੇਣ, ਕਿਧਰੇ ਕਿਲੋ ਸੇਬਾਂ ਦਾ ਕੀ ਹੈ। ਕਹਿੰਦਾ ਲੇਕਿਨ ਉਹਨਾਂ ਨੇ ਹੱਥ 'ਚ ਫਾੜ ਕੇ ਰੱਖੇ ਨੇ, ਜਿਸ ਥੱਕ ਜਾਂਦੇ ਸੀ ਫਿਰ ਝੋਲੀ 'ਚ ਰੱਖ ਲੈਂਦੇ ਸੀ। ਕਹਿੰਦਾ ਜਿਸ ਰੋਡ ਹੀ ਕ੍ਰਾਸ ਕੀਤਾ ਨਾ ਤੇ ਹਨੇਰਾ ਕਾਫੀ ਪੈ ਗਿਆ ਸੀ। ਕਹਿੰਦਾ ਬੱਸ ਹੋ ਗਈ ਖਰਾਬ। ਕਹਿੰਦਾ ਬੱਸ ਖਰਾਬ ਹੋਈ ਤੇ ਸਾਰੇ ਗਰਮੀ ਦੀ ਵਜ੍ਹਾ ਨਾਲ ਬੰਦੇ ਬਾਹਰ ਨਿਕਲਣ ਲੱਗ ਪਏ, ਗਰਮੀ ਇਤਨੀ ਜ਼ਿਆਦਾ ਸੀ। ਕਹਿੰਦਾ ਬਾਹਰ ਨਿਕਲੇ ਬਾਬਾ ਜੀ ਦਰਖਤ ਨਾਲ ਜਿਹੜਾ ਢੋਲ ਆ ਕੇ ਉੱਥੇ ਬਹਿ ਰਹੇ। ਕਹਿੰਦਾ ਮੈਂ ਅੱਗੋਂ ਪਿੱਛੋਂ ਪਾਣੀ ਤੱਕਿਆ, ਪਾਣੀ ਲਿਆ ਕੇ ਬਾਬੇ ਨਾਲ ਦਿੱਤਾ ਤੇ ਆਪੋਂ ਹੀ ਪੀਤਾ। ਮੈਂ ਕਿਹਾ ਬਾਬਾ ਜੀ ਇਹ ਛਾਪਰ ਮੈਨੂੰ ਫੜਾ ਦਿਓ। ਕਹਿੰਦਾ ਨਹੀਂ ਨਹੀਂ ਪੁੱਤਰ ਠੀਕ ਹੈ। ਕਹਿੰਦਾ ਮੈਂ ਕਿਹਾ ਬਾਬਾ ਜੀ ਕਿੱਥੇ ਜਾਣਾ ਜੇ। ਕਹਿੰਦਾ ਪੁੱਤਰ ਮੈਂ ਜਾਣਾ ਹੈ ਲਾਹੌਰ। ਲਾਹੌਰ ਕਿੱਥੇ ਜਾਣਾ ਜੇ? ਮੈਂ ਕੱਚੀ ਵਾਲਾ ਪਿੰਡ ਹੈ। ਬਾਬਾ ਜੀ ਕੱਚੇ ਵਾਲੇ ਕਿੰਨਾ ਦੇ ਜਾਣਾ ਜੇ? ਇਹ ਫਲਾਣਾ ਘਰ। ਲੋ ਬਾਬਾ ਜੀ ਤੁਸੀਂ ਤਾਂ ਮੇਰੇ ਪੂਰੇ ਪਿੰਡ ਦੇ ਨਿਕਲ ਆਏ ਹੋ, ਬਿਲਕੁਲ ਨਾਲ ਪਿਛਲੀ ਗਲੀ 'ਚ ਉਹਨਾਂ ਦਾ ਘਰ ਹੈ। ਬਾਬਾ ਜੀ ਕਹਿੰਦੇ ਅੱਛਾ ਬਾਬਾ ਜੀ ਫਿਕਰ ਨਾ ਕਰੋ ਕਿ ਮੈਂ ਤੁਹਾਨੂੰ ਲੈ ਜਾਣਾ, ਨਾ ਮੈਂ ਟੁਰ ਜਾਵਾਂਗਾ। ਬਾਬਾ ਸਮਝਿਆ ਕਿ ਕੋਈ ਫਰਾਡੀ ਨਾ ਹੋਵੇ। ਨਾ ਬਾਬਾ ਜੀ ਟੈਨਸ਼ਨ ਨਾ ਲਓ, ਮੈਂ ਤੁਹਾਨੂੰ ਲੈ ਜਾਵਾਂਗਾ। ਉਹ ਜਨਾਬ ਬਹਿ ਕੇ ਗੱਡੀ 'ਚ, ਕਹਿੰਦਾ ਗੱਡੀ ਠੀਕ ਹੋ ਗਈ, ਲਾਹੌਰ ਪਹੁੰਚੇ, ਰਕਸ਼ੇ 'ਚ ਭਾਲਿਆ ਨਾਲ ਉਹਨਾਂ ਨੂੰ ਮੈਂ ਲੈ ਗਿਆ ਉੱਥੇ ਸਿੱਧਾ ਉਹਨਾਂ ਦੇ ਘਰ ਦੇ ਬੂਹੇ ਕੇ। ਮੈਂ ਕਿਹਾ ਲੋ ਬਾਬਾ ਜੀ ਇਹ ਘਰ ਜੇ। ਉੱਥੇ ਲਾ ਕੇ ਬਾਬੇ ਨੂੰ ਮੈਂ ਰਕਸ਼ੇ ਵਾਲੇ ਨਾਲ ਚੱਲ ਚਲੀਏ। ਕਹਿੰਦਾ ਮੈਂ ਆਪਣੇ ਘਰ ਟੁਰ ਗਿਆ। ਘਰ ਜਾ ਕੇ ਨਾਸ਼ਤਾ ਨੁਸ਼ਤਾ ਕੀਤਾ, ਖਾ ਪੀ ਕੇ ਕਹਿੰਦਾ ਮੋਟਰਸਾਈਕਲ ਲੈ ਕੇ ਨਾ ਕੋਈ ਸਮਾਨ ਲਿਆਉਣਾ ਸੀ, ਮੈਂ ਬਾਹਰ ਨਿਕਲਿਆ। ਕਹਿੰਦਾ ਮੋਟਰਸਾਈਕਲ ਲੈ ਕੇ ਬਾਹਰ ਆਇਆ, ਅੱਗੇ ਤੱਕਿਆ ਦੁਕਾਨਾਂ ਦੀਆਂ ਥੜੀਆਂ ਤੇ ਉਹ ਬਾਬਾ ਜੀ ਬੈਠੇ। ਕਹਿੰਦਾ ਬਾਬਾ ਜੀ ਬੈਠੇ ਤੇ ਛਾਪਰ ਉਹਨਾਂ ਦੇ ਹੱਥ ਵਿੱਚ ਉਹੀ ਸੇਬਾਂ ਵਾਲਾ। ਕਹਿੰਦਾ ਮੈਂ ਕਿਹਾ ਤੇ ਉਹੀ ਬਾਬਾ ਜੀ ਨੇ। ਕਹਿੰਦਾ ਮੈਂ ਕੋਲ ਜਾ ਕੇ ਮੋਟਰਸਾਈਕਲ ਖਲਾਇਆ। ਮੈਂ ਕਿਹਾ ਬਾਬਾ ਜੀ ਕੀ ਗੱਲ ਹੈ, ਤੁਸੀਂ ਆ ਗਏ ਹੋ ਜਲਦੀ ਬਾਹਰ। ਕਹਿੰਦੇ ਉਹ ਪੁੱਤਰ ਤੂੰ ਜੀ ਬਾਬਾ ਜੀ ਕੀ ਗੱਲ ਹੈ, ਹੈਰ ਹੋ ਗਈ ਹੈ। ਕਹਿੰਦਾ ਨਹੀਂ ਪੁੱਤਰ ਇੰਝ ਕਰ ਮੈਨੂੰ ਸਟੇਸ਼ਨ ਤੱਕ ਤੇ ਛੱਡਿਆ, ਮੈਂ ਜਾਣਾ ਵਾਪਸ। ਕਿਉਂ ਬਾਬਾ ਜੀ? ਨਹੀਂ ਪੁੱਤਰ ਮੈਂ ਜਾਣਾ ਤੇ ਇਸ ਵਾਰ ਤੂੰ ਮੈਨੂੰ ਛੱਡ ਆਵੇਂਗਾ। ਕਹਿੰਦਾ ਮੈਂ ਬਾਬਾ ਜੀ ਟੈਨਸ਼ਨ ਨਾ ਲਓ, ਚਲੋ ਮੇਰੇ ਘਰ ਤੇ ਫਿਰ ਆਪੇ ਬਾਅਦ 'ਚ ਲੱਗੇ ਜਾਓ। ਕਹਿੰਦਾ ਬਾਬਾ ਜੀ ਨੂੰ ਮੈਂ ਮੋਟਰਸਾਈਕਲ 'ਤੇ ਭਾਲਿਆ, ਘਰ ਲੈ ਆਂਦਾ। ਕਹਿੰਦਾ ਅੱਬਾ ਜੀ ਨੂੰ ਦੱਸਿਆ ਕਿ ਇੰਝ ਬਾਬਾ ਜੀ ਮੇਰੇ ਨਾਲ ਆਏ ਨੇ, ਇੱਥੇ ਕਿਸੇ ਘਰ ਗਏ ਸੀ ਤੇ ਫਿਰ ਆ ਗਏ ਨੇ। ਕਹਿੰਦੇ ਅੱਬਾ ਜੀ ਕਹਿੰਦੇ ਆ ਜਾਓ ਅੰਦਰ। ਕਹਿੰਦਾ ਅੰਦਰ ਖੜਿਆ 2 ਮਿੰਟ, ਅੱਬਾ ਜੀ ਨੇ ਗੱਪ ਲਾਈ। ਕਹਿੰਦੇ ਜਾ ਅੰਮਾ ਨੂੰ ਆਹ ਰੋਟੀ ਬਣਾਓ। ਕਹਿੰਦਾ ਰੋਟੀ ਬਣਾਉਣ ਲੱਗ ਪਏ। ਬਾਬਾ ਜੀ ਨੂੰ ਰੋਟੀ ਖਵਾ ਲਿਓ। ਕਹਿੰਦਾ ਸਾਡੀਆਂ ਮੰਜੀਆਂ ਜਿਹੜੀਆਂ ਨੇ ਛੱਤ 'ਤੇ ਡਾਹ ਦੇ। ਕਹਿੰਦਾ ਛੱਤ 'ਤੇ ਡਾਹੀਆਂ। ਬਾਬਾ ਜੀ ਨਾਲ ਗੱਲਾਂ ਕਰਦੇ ਰਹੇ ਅੱਬਾ ਜੀ। ਕਹਿੰਦਾ ਮੈਂ ਵੀ ਝੱਟ ਬੈਠਾ, ਲੇਕਿਨ ਮੇਰੇ ਸਾਹਮਣੇ ਕੋਈ ਖਾਸ ਗੱਲ ਨਾ ਹੋਈ। ਕਹਿੰਦਾ ਮੈਂ ਆ ਗਿਆ, ਜਾ ਕੇ ਸੋ ਗਿਆ। ਕਹਿੰਦਾ ਸੁਬਾਹ ਜਿਸ ਵੇਲੇ ਉੱਠਿਆ ਮੈਂ ਤੱਕਿਆ ਤੇ ਅੱਬਾ ਜੀ ਤਹਿਮਤ ਸ਼ਮਤ ਪਾ ਕੇ, ਕੁੜਤਾ ਪਾ ਕੇ ਪੂਰੇ ਤਿਆਰ ਹੋਏ। ਉਹਨਾਂ ਨੂੰ ਕਹਿੰਦੇ ਬਾਬਾ ਜੀ ਨੂੰ ਕਹਿੰਦੇ ਨਹਾ ਲਓ ਲਾਲਾ ਜੀ। ਉਹ ਲਾਲਾ ਜੀ ਵੀ ਨਹਾ ਕੇ ਤਿਆਰ ਹੋ ਗਏ। ਕਹਿੰਦਾ ਤਿਆਰ ਹੋ ਕੇ ਤੇ ਜਨਾਬ ਕਹਿੰਦਾ ਚਲੋ ਚਲੀਏ। ਕਹਿੰਦਾ ਕਿੱਥੇ ਜਾਣਾ? ਉਹਨੇ ਆਖਿਆ ਇਹਨਾਂ ਦੇ ਕਰਾਚੀ ਜਾਣਾ। ਮੈਂ ਅੱਬਾ ਜੀ ਤੁਸੀਂ ਕਿੱਥੇ ਕਰਾਚੀ ਜਾਣਾ, ਤੁਹਾਡੇ ਕੋਲ ਸਫ਼ਰ ਹੁੰਦਾ ਸਹੀ ਹੈ। ਉਹ ਤੂੰ ਰਹਿਣ ਦੇ, ਮੈਂ ਜਾਣਾ ਇਹਨਾਂ ਨਾਲ। ਕਹਿੰਦੇ ਉਹ ਜਨਾਬ ਨਾਲ ਅੱਬਾ ਜੀ ਵੀ ਟੁਰ ਪਏ। ਕਹਿੰਦਾ ਅਸੀਂ ਟੁਰ ਪਏ ਕਰਾਚੀ। ਜਿਸ ਵੇਲੇ ਕਰਾਚੀ ਪਹੁੰਚਿਆ, ਜਾ ਕੇ ਬਾਬੇਰਾਂ ਦੇ ਘਰ ਦੇ ਨਾਲ ਇੱਕ ਦੁਕਾਨ ਸੀ। ਕਹਿੰਦਾ ਦੁਕਾਨਦਾਰ ਕਹਿੰਦਾ ਹਾਂ ਜੀ ਬਾਬਾ ਜੀ ਆ ਗਏ ਹੋ। ਕਹਿੰਦਾ ਆਹੋ ਆ ਗਏ ਆ। ਤੇ ਬਾਬਾ ਜੀ ਤੁਹਾਨੂੰ ਮੈਂ ਪਹਿਲਾਂ ਹੀ ਆਖਿਆ ਕਿ ਨਾ ਤੁਸੀਂ ਜਾਓ, ਫਿਰ ਤੁਸੀਂ ਟੁਰ ਗਏ ਹੋ। ਤੇ ਕਹਿੰਦਾ ਦੁਕਾਨ ਵਾਲਾ ਕਹਿੰਦਾ ਆਓ ਭਾਈ ਨੰਗੋ ਨੰਗੋ। ਕਹਿੰਦਾ ਨਾਲ ਲੈ ਕੇ ਸਾਨੂੰ ਅੰਦਰ ਟੁਰ ਗਿਆ। ਅੰਦਰ ਜਾ ਕੇ ਚਾਹ ਪੀਤੀ, ਬਾਬੇ ਨਾਲ ਵੀ ਚਾਹ ਪੀਤੀ। ਕਹਿੰਦਾ ਬਾਬਾ ਜੀ ਨੂੰ ਮੈਂ ਕਿਤਨੀ ਦਫਾ ਆਖਿਆ ਕਿ ਬਾਬਾ ਜੀ ਤੁਸੀਂ ਜਿਹੜਾ ਨਾ ਮੇਰੇ ਕੋਲ ਰਹਿ ਲਓ, ਤੁਸੀਂ ਛੱਡੋ ਸਾਰਿਆਂ ਨੂੰ, ਲੇਕਿਨ ਬਾਬਾ ਜੀ ਜਿਹੜੇ ਨੇ ਮੇਰੀ ਗੱਲ ਨਹੀਂ ਸੁਣਦੇ, ਹਮੇਸ਼ਾ ਫਿਰ ਆਪਣੇ ਘਰ ਟੁਰ ਜਾਂਦੇ ਨੇ। ਕਹਿੰਦਾ ਨਾਲ ਵਾਲਾ ਜਿਹੜਾ ਇਹਦੇ ਪੁੱਤਰ ਦਾ ਘਰ ਹੈ ਤੇ ਇਹਦੀ ਨੂੰਹ ਹੈ। ਕਹਿੰਦਾ ਇਹਦੀ ਨੂੰਹ ਇਤਨੀ ਕਪੱਤੀ ਹੈ ਕਿ ਛੱਡ ਗੱਲ ਦਿਓ। ਕਹਿੰਦਾ ਹਰ ਗੱਲ ਤੈਨੂੰ ਮਾਰਦੀ ਹੈ। ਕਹਿੰਦੇ ਅਜੀਬ ਹੀ ਗੱਲ ਹੈ। ਕਹਿੰਦਾ ਬਹਰਹਾਲ ਕਹਿੰਦਾ ਅੱਬਾ ਜੀ ਕਹਿੰਦੇ ਜਾਓ ਤੁਸੀਂ ਲਾਲਾ ਘਰ, ਅਸੀਂ ਇੱਥੇ ਹੀ ਬਹਿੰਦੇ ਹਾਂ। ਕਹਿੰਦੇ ਟੋਰ ਦਿੱਤਾ ਘਰ। ਜਿਸ ਉੱਧਰ ਗਿਆ ਕਹਿੰਦਾ ਨਾਲ ਹੀ ਉੱਪਰੋਂ ਕੰਧ ਤੋਂ ਚੜ੍ਹ ਕੇ ਨਾ ਕਹਿੰਦਾ ਦੇਖੀਏ ਸਹੀ। ਕਹਿੰਦਾ ਜਿਉਂ ਹੀ ਅੰਦਰ ਗਏ ਨੇ ਨੋ ਅੱਗੋਂ ਸ਼ੁਰੂ ਨਹੀਂ ਹੋ ਗਈ। ਕਹਿੰਦੇ ਮਾਂਜੇ ਨਾਲ ਕੁੱਟਣ ਸ਼ੁਰੂ ਹੋ ਗਈ ਬਾਬੇ ਨੂੰ, ਬੁੱਢੇ ਨੂੰ। ਇਤਨਾ ਲੋਕਾਂ ਦਾ ਦਿਲ ਮੁਰਦਾ ਹੋ ਗਿਆ। ਕਹਿੰਦਾ ਮਾਂਜੇ ਨਾਲ ਕੁੱਟਣ ਲੱਗ ਪਈ। ਤੂੰ ਫੇਰ ਆ ਗਏ ਉਤਰਾਂ ਦਿਆ, ਤੂੰ ਗਿਆ ਸੀ ਨਾ ਧੀ ਕੋਲ, ਲਾਹੇ ਚਾਹ। ਕਹਿੰਦਾ ਬਾਬਾ ਚੁੱਪ ਕਰਕੇ ਬੈਠਾ ਤੇ ਛਾਪਰ ਉਹਦੇ ਹੱਥ ਵਿੱਚ ਸੇਬਾਂ ਦਾ। ਕਹਿੰਦਾ ਨੇ ਸੇਬਾਂ ਦਾ ਛਾਪਰ ਨਹੀਂ ਕਿਰੇ ਰੱਖਿਆ। ਦੁਕਾਨਦਾਰ ਕਹਿੰਦਾ ਵੀ ਇਹ ਜਿਹੜੇ ਸੇਬ ਨੇ ਨਾ ਇਹਨਾਂ ਫੜੇ। ਕਹਿੰਦਾ ਇਹ ਸੇਬਾਂ ਦੇ ਪੈਸੇ ਮੇਰੇ ਕੋਲ ਲੈ ਗਏ ਸੀ। ਕਹਿੰਦਾ ਪੁੱਤਰ ਮੈਂ ਤੈਨੂੰ ਦੇ ਦਿਆਂਗਾ ਪੈਸੇ। ਤੇ ਫਿਰ ਇਹਨਾਂ ਨੇ ਸੇਬ ਲੈ ਕੇ ਮੈਂ ਧੀ ਦੇ ਘਰ ਲੈ ਕੇ ਜਾਣੇ। ਅੱਗੋਂ ਆਂਦਾ ਅੱਬਾ ਜੀ ਨੇ ਮੈਨੂੰ ਦੱਸਿਆ ਕਿ ਧੀ ਨੇ ਵੀ ਅੱਗੋਂ ਇਹ ਹੀ ਸਲੂਕ ਕੀਤਾ ਜਿਹੜਾ ਹੁਣ ਨੋ ਕਰਦੀ ਹੈ ਪਈ। ਤੇ ਪੁੱਤਰ ਤੱਕਦਾ ਹੁੰਦਾ ਪਿਆ, ਕਈ ਵਾਰੀ ਪੁੱਤਰ ਵੀ ਠੁੱਡੇ ਮਾਰ ਜਾਂਦਾ ਪਿਓ ਨੂੰ ਕਿ ਅੱਬਾ ਬਾਜ਼ ਨਹੀਂ ਆਉਂਦਾ, ਕਿਉਂਕਿ ਅੱਬੇ ਕੋਲ ਕੋਈ ਸਰਮਾਇਆ ਨਹੀਂ, ਕੋਈ ਚੀਜ਼ ਨਹੀਂ ਹੈ। ਕਹਿੰਦਾ ਫਟੋਫਟ ਅੱਬਾ ਜੀ ਜਿਹੜੇ ਨੇ ਫਟੋਫਟ ਉਹਨਾਂ ਦੇ ਘਰ ਗਏ। ਉਹਨਾਂ ਆਖਿਆ ਦੁਰ ਫਿੱਟੇ ਮੂੰਹ ਤੁਹਾਡੇ, ਲਾਹਨਤ ਹੈ ਤੁਹਾਡੇ ਤੇ, ਤੁਹਾਨੂੰ ਆਪਣੀ ਪਿਓ ਦੀ ਕਦਰ ਤਾਂ ਹੀ ਨਹੀਂ ਪਤਾ। ਕਹਿੰਦੇ ਅੱਬਾ ਜੀ ਨੇ ਉਹਨੂੰ ਉਠਾਇਆ, ਉੱਠ ਲਾਲਾ। ਕਹਿੰਦਾ ਨਾਲ ਲਿਆ। ਕਹਿੰਦਾ ਅੱਜ ਤੋਂ ਬਾਅਦ ਲਾਲਾ ਇਹਨਾਂ ਦੇ ਘਰ ਨਹੀਂ ਤੂੰ ਆਉਣਾ। ਕਹਿੰਦਾ ਨਾ ਮੈਂ ਇੱਥੇ ਹੀ ਰਵਾਂਗਾ। ਕਹਿੰਦਾ ਨਾ ਲਾਲਾ ਅੱਗੇ ਲੱਗ ਤੂੰ। ਕਹਿੰਦਾ ਅੱਬਾ ਜੀ ਨੇ ਨਾਲ ਲਿਆ ਉਹਨੂੰ, ਲੈ ਕੇ ਤੇ ਅਸੀਂ ਵਾਪਸ ਪੰਜਾਬ ਆ ਗਏ, ਆਪਣੇ ਪਿੰਡ ਆ ਗਏ ਕੱਚੇ ਵਾਲੇ।
ਕਹਿੰਦਾ ਕੱਚੇ ਵਾਲੇ ਆਏ ਤੇ ਅੱਬਾ ਜੀ ਕਹਿੰਦੇ ਸਾਡੀ ਹਵੇਲੀ ਸੀ, ਉੱਥੇ 2 ਕਮਰੇ ਪੈਣੇ ਸੀ। ਕਹਿੰਦਾ ਮੈਂ ਤੇ ਲਾਲਾ ਹੁਣ ਇੱਥੇ ਰਵਾਂਗੇ ਪੱਕੇ, ਕੋਈ ਬੰਦਾ ਸਾਨੂੰ ਛੇੜੇ ਨਾ। ਕਹਿੰਦਾ ਅੱਬਾ ਜੀ ਉੱਥੇ ਟੁਰ ਜਾਂਦੇ ਰੋਜ਼ ਲਾਲਾ ਜੀ ਕੋਲ, ਖਾਣਾ ਛਾਣਾ ਉੱਥੇ ਖਾਣਾ, ਜੋ ਵੀ ਘਰੋਂ ਲੈ ਜਾਣਾ, ਉੱਥੇ ਜਾ ਕੇ ਗੱਪਾਂ ਲਾਣੀਆਂ। ਕਹਿੰਦਾ ਜੇ ਕੁੜੀ ਨੂੰ ਪਤਾ ਲੱਗਾ ਕਿ ਅੱਬਾ ਜੀ ਇੱਥੇ ਹੀ ਨੇ ਤੇ ਕਹਿੰਦੇ ਜਿਸ ਵੇਲੇ ਆਏ ਨਾ ਤੇ ਮੈਂ ਉਹਨੂੰ ਆਖਿਆ ਲਾਲਾ ਆਪਣੇ ਦਿਲ ਦੀ ਰੀਝ ਲਾ ਲੈ, ਜੇ ਤੂੰ ਕੋਈ ਲਾਣੀ ਹੈ ਤੇ। ਕਹਿੰਦੇ ਉਹਨੇ ਕੁਝ ਵੀ ਨਾ ਧੀ ਨੂੰ ਆਖਿਆ, ਸਿਰ ਤੇ ਹੱਥ ਰੱਖ ਕੇ ਕਹਿੰਦਾ ਧੀਏ ਖੁਸ਼ ਰਹਿ, ਜਿਸ ਤਰ੍ਹਾਂ ਵੀ ਰਵੇ ਖੁਸ਼ ਰਹਿ। ਕਹਿੰਦਾ ਧੀ ਐਡੀ ਢੀਠ ਹੈ, ਫਿਰ ਚੁੱਪ ਕਰਕੇ ਟੁਰ ਗਈ। ਕਹਿੰਦੇ ਧੀ ਜਦੋਂ ਬਾਬਾ ਅੰਦਰ ਵੜਿਆ ਤੇ ਇਤਨੀ ਉਹਨੇ ਬੇਇੱਜ਼ਤੀ ਕੀਤੀ, ਇਤਨੀ ਬੇਇੱਜ਼ਤੀ ਕੀਤੀ ਕਿ ਬਾਬਾ ਜਿਹੜਾ ਸਾਰੀ ਥਕਾਵਟ ਜੋ ਵੀ ਹੈ ਉੱਥੇ ਛੱਡ ਕੇ ਚੁੱਪ ਕਰਕੇ ਬਾਹਰ ਨਿਕਲ ਆਇਆ, ਕਿਉਂਕਿ ਉਹ ਆਂਦੀ ਆ ਮੇਰਾ ਜਾਣਾ ਵੀ ਇੰਝ ਦਾ ਤੇ ਅਗੂ ਆਪੂ ਵੀ ਆਈਂਦੀ। ਜਿਸ ਵੇਲੇ ਮਾਂ ਪਿਓ ਕੋਲ ਕੁਝ ਨਹੀਂ ਨਾ ਹੁੰਦਾ ਤੇ ਜਿਹੜੀ ਔਲਾਦ ਹੁੰਦੀ ਹੈ ਨਾ ਬੇਦਰਦ ਔਲਾਦ, ਉਹ ਇਸ ਤਰ੍ਹਾਂ ਦੀ ਹੁੰਦੀ ਹੈ। ਪਿਓ ਮਾਂ ਬਾਪ ਕੋਲ ਕੁਝ ਹੁੰਦਾ ਨਾ ਤੇ ਘੱਟ ਹੀ ਐਸੇ ਹੁੰਦੇ ਨੇ ਜਿਹੜੇ ਆਪਣੇ ਮਾਂ ਬਾਪ ਨੂੰ ਪਿਆਰ ਦਿੰਦੇ ਨੇ ਬਗੈਰ ਕਿਸੇ ਲਾਲਚ ਤੋਂ। ਜ਼ਿਆਦਾਤਰ ਜਿਹੜੇ ਨੇ ਉਹ ਇਹੀ ਸੋਚਦੇ ਨੇ ਕਿ ਮਾਂ ਬਾਪ ਕੋਲ ਕੋਈ ਚੀਜ਼ ਹੈ ਸਾਨੂੰ ਕੋਈ ਦੇਣਗੇ, ਕਿ ਉਂਝ ਹੀ ਭੁੱਖੇ ਹੀ ਨੇ, ਭੁੱਖੇ ਹੋਣ ਜਾਂਦੇ ਜਾਂ ਭਾਈ ਕੋਲ ਰਹਿ ਲੈ ਜਾਂ ਫਲਾਣੇ ਕੋਲ ਰਹਿ ਲੈ। ਉਹਨਾਂ ਨੂੰ ਕੋਈ ਅਹਿਸਾਸ ਨਹੀਂ ਹੁੰਦਾ ਕਿ ਮਾਂ ਪਿਓ ਨੂੰ ਅਸੀਂ ਖਿਦਮਤ ਕਰਨੀ ਹੈ। ਇਸ ਵਾਸਤੇ ਮਾਂ ਬਾਪ ਨੂੰ ਚਾਹੀਦਾ ਕਿ ਆਪਣਾ ਸਰਮਾਇਆ ਬਚਾ ਕੇ ਰੱਖਣ। ਇਹ ਔਲਾਦ ਜਿਹੜੀ ਹੈ ਐਡੀ ਸਹੀ ਦਿਲ ਨਹੀਂ ਹੋ ਸਕਦੀ, ਆਪੂ ਬੇਸ਼ੱਕ ਸਹੀ ਦਿਲ ਹੋਣਗੇ, ਅੱਗੋਂ ਇਹਨਾਂ ਦੀਆਂ ਜਿਹੜੀਆਂ ਜ਼ਨਾਨੀਆਂ ਹੁੰਦੀਆਂ ਨੇ ਉਹ ਸਹੀ ਦਿਲ ਨਹੀਂ ਲੱਭ ਸਕਦੀਆਂ। ਤੇ ਇਸ ਵਾਸਤੇ ਬੜੀ ਦੁਨੀਆ ਇਸ ਤਰ੍ਹਾਂ ਦੀ ਜਿਹੜੀ ਠੋਕਰਾਂ ਖਾ ਰਹੀ ਹੈ। ਲੇਕਿਨ ਕਹਿੰਦੇ ਬਾਬਾ ਜੀ ਨੇ ਉਹ ਕਿਲੋ ਸੇਬ ਜਿਹੜੇ ਨੇ ਉਹਨਾਂ ਦੇ ਘਰ ਛੱਡ ਕੇ ਆਏ ਨਾ, ਆਪਣੇ ਮੁੰਡੇ ਦੇ ਘਰ, ਕਿਧਰੇ ਨਹੀਂ ਨੇ ਛੱਡੇ, ਕਿਉਂਕਿ ਬੰਦੇ ਦੀ ਇਤਨੀ ਗੁੰਜਾਇਸ਼ ਹੀ ਨਹੀਂ ਸੀ। ਉਹਨੇ ਬੜੇ ਮੁਸ਼ਕਿਲ ਨਾਲ ਕਿਸੇ ਕੋਲ ਪੈਸੇ ਲਿਆ ਕੇ ਕਿਲੋ ਸੇਬ ਲਏ ਸੀ ਤੇ ਉਹ ਸੇਬ ਜਿਹੜੇ ਨੇ ਉਹਨੇ ਫਿਰ ਆਪਣੇ ਮੁੰਡੇ ਦੇ ਘਰ ਹੀ ਛੱਡ ਕੇ ਆਇਆ। ਇਤਨਾ ਆਪਣੇ ਪੁੱਤਰ ਦਾ ਅਹਿਸਾਸ ਆਇਆ, ਕਿਧਰੇ ਨਹੀਂ ਸੀ ਕਹਿੰਦਾ ਰੱਖੇ। ਉਹਦੇ ਵਾਸਤੇ ਉਹ ਸੇਬ ਹੀ ਬੜੇ ਕੀਮਤੀ ਸੀ। ਤੇ ਇਸ ਵਾਸਤੇ ਆਪਣੇ ਮਾਂ-ਬਾਪ ਦੀ ਕਦਰ ਕਰਨੀ ਚਾਹੀਦੀ ਹੈ, ਉਹਨਾਂ ਨੂੰ ਮਾਯੂਸ ਨਹੀਂ ਕਰਨਾ ਚਾਹੀਦਾ। ਅੱਲਾ ਦੇਣ ਵਾਲਾ ਸਭ ਨੂੰ ਦੇ। ਲੇਕਿਨ ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤਾਂ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ ਤੇ ਮੇਰੀ ਗੱਲ ਜਿਹੜੀ ਕੋਈ ਚੰਗੀ ਹੋਵੇ ਉਹਨੂੰ ਕ੍ਰੈਡਿਟ ਦੇ ਦਿਆ ਕਰੋ, ਅਗਰ ਮਾੜੀ ਹੋਵੇ ਤਾਂ ਮੈਂ ਮਾਜ਼ਰਤ ਚਾਹੁੰਦਾ। ਕੋਸ਼ਿਸ਼ ਮੇਰੀ ਇਹੀ ਹੁੰਦੀ ਹੈ ਕਿ ਤੁਹਾਨੂੰ ਅੱਛੀ ਤੋਂ ਅੱਛੀ ਮੈਂ ਵੀਡੀਓ ਜਿਹੜੀ ਹੈ ਅਪਲੋਡ ਕਰਾਂ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਲਾਜ਼ਮੀ ਖਿਆਲ ਰੱਖਿਆ ਕਰੋ। ਸਿਹਤ ਹੈ ਤੇ ਸਭ ਕੁਝ ਹੈ, ਜਹਾਨ ਸਾਰਾ ਤਾਂ ਹੀ ਜੇ ਤੁਹਾਡੀ ਸਿਹਤ ਹੈ। ਬਾਕੀ ਅੱਲਾ ਹਾਫਿਜ਼।